ਮੇਰਾ ਵਿਆਹ ਇੱਕ ਅਮੀਰ ਖਾਨਦਾਨ ਵਿੱਚ ਹੋਇਆ, ਜਿਸ ਕਰਕੇ ਮੈਂ ਬਹੁਤ ਖੁਸ਼ ਸੀ। ਮੈਂ ਇੱਕ ਬਹੁਤ ਗਰੀਬ ਪਰਿਵਾਰ ਵਿੱਚੋਂ ਸੀ। ਸਾਰੀ ਉਮਰ ਮੈਂ ਆਪਣੀਆਂ ਖਵਾਇਸ਼ਾਂ ਨੂੰ ਦਬਾਉਂਦੇ ਹੋਏ ਗੁਜ਼ਾਰੀ ਸੀ। ਮੈਨੂੰ ਪੈਸੇ ਦੀ ਕਦਰ ਕੀਮਤ ਦਾ ਪੂਰਾ ਪਤਾ ਸੀ। ਜਦੋਂ ਮੇਰਾ ਰਿਸ਼ਤਾ ਇੱਕ ਅਮੀਰ ਪਰਿਵਾਰ ਵਿੱਚ ਹੋਇਆ, ਤਾਂ ਮੈਂ ਕਿਸੇ ਨੂੰ ਕੋਈ ਸਵਾਲ ਨਹੀਂ ਕੀਤਾ। ਮੈਨੂੰ ਤਾਂ ਬਸ ਇਸ ਗੱਲ ਦੀ ਖੁਸ਼ੀ ਸੀ ਕਿ ਇਸ ਗਰੀਬ ਘਰ 'ਚੋਂ ਨਿਕਲ ਕੇ ਇੱਕ ਵੱਡੇ ਮਹਿਲ ਵਿੱਚ ਜਾਵਾਂਗੀ। ਮੇਰੇ ਵਿਆਹ ਦਾ ਦਿਨ ਆ ਗਿਆ। ਮੇਰੇ ਸਸੁਰਾਲ ਵਾਲੇ ਬਹੁਤ ਚਮਕ-ਦਮਕ ਵਾਲੇ ਸਨ। ਮੇਰੇ ਹੋਣ ਵਾਲੇ ਪਤੀ ਦਾ ਚਿਹਰਾ ਸਿਹਰੇ ਨਾਲ ਢੱਕਿਆ ਹੋਇਆ ਸੀ। ਪੂਰੇ ਵਿਆਹ ਵਿੱਚ ਮੈਂ ਉਸ ਦਾ ਚਿਹਰਾ ਨਾ ਦੇਖ ਸਕੀ। ਜਦੋਂ ਵਿਆਹ ਕਰਾ ਕੇ ਮੈਂ ਆਪਣੇ ਸਸੁਰਾਲ ਆਈ, ਤਾਂ ਮੈਂ ਘਰ ਨੂੰ ਦੇਖਦੀ ਹੀ ਰਹਿ ਗਈ। ਮੈਨੂੰ ਲੱਗਿਆ ਕਿ ਮੈਂ ਇੱਕ ਨਵੀਂ ਦੁਨੀਆ ਵਿੱਚ ਆ ਗਈ। ਹੁਣ ਮੈਂ ਆਪਣੇ ਪਤੀ ਦਾ ਚਿਹਰਾ ਦੇਖਣ ਲਈ ਕਾਹਲੀ ਸੀ, ਕਿਉਂਕਿ ਵਿਆਹ ਤੋਂ ਪਹਿਲਾਂ ਵੀ ਮੈਨੂੰ ਕਿਸੇ ਨੇ ਮੇਰੇ ਪਤੀ ਦੀ ਫੋਟੋ ਨਹੀਂ ਦਿਖਾਈ ਸੀ। ਸਸੁਰਾਲ ਵਿੱਚ ਮੇਰਾ ਸਵਾਗਤ ਮੇਰੀ ਸੱਸ ਨੇ ਕੀਤਾ। ਮੈਨੂੰ ਮੇਰੇ ਪਤੀ ਦੇ ਕਮਰੇ ਵਿੱਚ ਨਹੀਂ, ਸਗੋਂ ਮੇਰੀ ਸੱਸ ਦੇ ਕਮਰੇ ਵਿੱਚ ਬਿਠਾਇਆ ਗਿਆ। ਮੈਨੂੰ ਲੱਗਿਆ ਕਿ ਸ਼ਾਇਦ ਕੋਈ ਰਸਮ ਕਰਨੀ ਹੋਵੇਗੀ। ਮੈਨੂੰ ਮੇਰੇ ਪਤੀ ਨਾਲ ਬਿਠਾ ਕੇ ਕੁਝ ਰਸਮਾਂ ਕੀਤੀਆਂ ਗਈਆਂ, ਪਰ ਉਸਨੇ ਹਜੇ ਵੀ ਆਪਣਾ ਚਿਹਰਾ ਸਿਹਰੇ ਨਾਲ ਢੱਕਿਆ ਹੋਇਆ ਸੀ। ਮੈਂ ਕਿਸਮਤ ਦੀ ਮਾਰੀ। ਮੈਨੂੰ ਕੀ ਪਤਾ ਸੀ ਕਿ ਹੁਣ ਮੇਰੀਆਂ ਮੁਸ਼ਕਲਾਂ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ। ਮੈਨੂੰ ਲੱਗਿਆ ਕਿ ਰਸਮਾਂ ਤੋਂ ਬਾਅਦ ਮੈਨੂੰ ਮੇਰੇ ਪਤੀ ਦੇ ਕਮਰੇ ਵਿੱਚ ਭੇਜ ਦਿੱਤਾ ਜਾਵੇਗਾ। ਅੱਧਾ ਘੰਟਾ ਲੰਘ ਗਿਆ, ਪਰ ਮੇਰੀ ਸੱਸ ਨਾ ਆਈ। ਮੈਨੂੰ ਅਜੀਬ-ਅਜੀਬ ਜਿਹੇ ਖਿਆਲ ਆਉਣ ਲੱਗੇ। ਕੁਝ ਸਮੇਂ ਬਾਅਦ ਮੇਰੀ ਸੱਸ ਕਮਰੇ ਵਿੱਚ ਆਈ ਤੇ ਉਹ ਮੇਰੇ ਕੋਲ ਆ ਕੇ ਬੈਠ ਗਈ ਤੇ ਮੈਨੂੰ ਕਹਿਣ ਲੱਗੀ ਕਿ ਮੈਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਤੇਰੇ ਮਨ ਵਿੱਚ ਇਸ ਵੇਲੇ ਕੀ ਚੱਲ ਰਿਹਾ ਹੈ। ਤੂੰ ਇਹ ਸੋਚ ਰਹੀ ਹੈ ਨਾ ਕਿ ਮੇਰਾ ਪਤੀ ਹੁਣ ਤੱਕ ਕਮਰੇ ਵਿੱਚ ਕਿਉਂ ਨਹੀਂ ਆਇਆ? ਮੇਰੀ ਸੱਸ ਬਾਰ-ਬਾਰ ਕਮਰੇ ਵਿੱਚ ਕਿਉਂ ਆ ਜਾਂਦੀ ਹੈ? ਮੈਂ ਬਸ ਇਹੀ ਚਾਹੁੰਦੀ ਹਾਂ ਕਿ ਤੈਨੂੰ ਕਿਸੇ ਦੀ ਨਜ਼ਰ ਨਾ ਲੱਗੇ। ਮੈਂ ਤੈਨੂੰ ਤੇਰੇ ਪਤੀ ਕੋਲ ਜ਼ਰੂਰ ਭੇਜਾਂਗੀ, ਪਰ ਸਹੀ ਸਮਾਂ ਆਉਣ 'ਤੇ। ਹੁਣ ਤੂੰ ਕੱਪੜੇ ਬਦਲ ਲੈ ਤਾਂ ਕਿ ਤੂੰ ਆਰਾਮ ਨਾਲ ਸੌਂ ਸਕੇਂ। ਮੈਨੂੰ ਮੇਰੀ ਸੱਸ ਬਹੁਤ ਚੰਗੀ ਲੱਗੀ। ਉਸ ਦੇ ਚਿਹਰੇ 'ਤੇ ਸ਼ਰਾਫਤ ਨਜ਼ਰ ਆ ਰਹੀ ਸੀ। ਉਸ ਦੀਆਂ ਗੱਲਾਂ ਵਿੱਚ ਮਿਠਾਸ ਸੀ। ਮੈਂ ਆਪਣੇ ਕੱਪੜੇ ਬਦਲੇ ਤੇ ਬੈੱਡ 'ਤੇ ਪੈ ਗਈ। ਫਿਰ ਮੈਂ ਕਦੋਂ ਸੌਂ ਗਈ ਮੈਨੂੰ ਪਤਾ ਹੀ ਨਹੀਂ ਚੱਲਿਆ। ਸਵੇਰੇ ਜਦੋਂ ਮੈਂ ਉੱਠੀ ਤਾਂ ਆਪਣੀ ਸੱਸ ਦੇ ਕਮਰੇ ਵਿੱਚ ਹੀ ਸੀ। ਮੈਨੂੰ ਬਹੁਤ ਬੁਰਾ ਲੱਗ ਰਿਹਾ ਸੀ, ਕਿਉਂਕਿ ਮੇਰੀ ਸੱਸ ਮੇਰਾ ਧਿਆਨ ਰੱਖ ਰਹੀ ਸੀ। ਫਿਰ ਮੇਰੀ ਸੱਸ ਕਹਿਣ ਲੱਗੀ ਕਿ ਤਿਆਰ ਹੋ ਜਾ, ਮੂੰਹ ਦਿਖਾਈ ਦੀ ਰਸਮ ਕਰਨੀ ਹੈ। ਮੈਂ ਤਿਆਰ ਹੋ ਗਈ। ਮੈਂ ਖੁਸ਼ ਸੀ ਕਿ ਮੈਨੂੰ ਪਹਿਨਣ ਲਈ ਇੰਨੇ ਸੋਹਣੇ ਗਹਿਣੇ ਤੇ ਕੱਪੜੇ ਮਿਲੇ ਹਨ। ਮੂੰਹ ਦਿਖਾਈ ਦੀ ਰਸਮ ਲਈ ਸਾਰੇ ਮੈਨੂੰ ਦੇਖਣ ਆਏ, ਪਰ ਉਹ ਮੇਰੇ ਵੱਲ ਅਜੀਬ ਤਰ੍ਹਾਂ ਘੂਰ-ਘੂਰ ਕੇ ਦੇਖ ਰਹੇ ਸੀ। ਉਹ ਮੈਨੂੰ ਐਵੇਂ ਦੇਖ ਰਹੇ ਸੀ ਜਿਵੇਂ ਮੈਂ ਕੋਈ ਅਜੂਬਾ ਹੋਵਾਂ। ਮੈਂ ਉਹਨਾਂ ਦੇ ਇਸ ਤਰ੍ਹਾਂ ਦੇਖਣ ਦਾ ਮਤਲਬ ਨਹੀਂ ਸਮਝ ਪਾ ਰਹੀ ਸੀ। ਮੈਨੂੰ ਇੰਜ ਮਹਿਸੂਸ ਹੋਇਆ ਜਿਵੇਂ ਉਹ ਸਾਰੇ ਮੇਰਾ ਤਰਸ ਕਰ ਰਹੇ ਹਨ। ਮੈਨੂੰ ਕੀ ਪਤਾ ਸੀ ਕਿ ਉਹ ਮੇਰੀ ਬਦਨਸੀਬੀ ਕਰਕੇ ਮੇਰਾ ਤਰਸ ਖਾ ਰਹੇ ਹਨ। ਉਹਨਾਂ ਸਾਰਿਆਂ ਦੇ ਜਾਣ ਤੋਂ ਬਾਅਦ ਮੇਰੀ ਸੱਸ ਮੈਨੂੰ ਕਮਰੇ ਵਿੱਚ ਬਿਠਾ ਕੇ ਚਲੀ ਗਈ, ਪਰ ਅਜੇ ਤੱਕ ਮੇਰਾ ਪਤੀ ਮੇਰੇ ਸਾਹਮਣੇ ਨਹੀਂ ਆਇਆ ਸੀ। ਮੈਨੂੰ ਬਹੁਤ ਅਜੀਬ ਲੱਗ ਰਿਹਾ ਸੀ। ਫਿਰ ਮੇਰੀ ਸੱਸ ਕਮਰੇ ਵਿੱਚ ਆਈ ਤਾਂ ਮੈਂ ਉਸ ਨੂੰ ਆਪਣੇ ਪਤੀ ਹਰਦੀਪ ਬਾਰੇ ਪੁੱਛ ਹੀ ਲਿਆ। ਉਹ ਹੱਸਦੇ ਹੋਏ ਕਹਿਣ ਲੱਗੀ ਕਿ ਬਹੁਤ ਜਲਦੀ ਹੈ ਆਪਣੇ ਪਤੀ ਨੂੰ ਮਿਲਣ ਦੀ, ਪਰ ਤੂੰ ਅਜੇ ਉਸ ਦਾ ਚਿਹਰਾ ਨਹੀਂ ਦੇਖ ਸਕਦੀ। ਹਰਦੀਪ ਵੀ ਰੋਜ਼ ਕਹਿੰਦਾ ਹੈ ਕਿ ਮੈਂ ਰੋਜੀ ਨੂੰ ਮਿਲਣਾ ਹੈ, ਪਰ ਜਦੋਂ ਤੱਕ ਤੁਸੀਂ ਦੋਨੋਂ ਪੰਡਤ ਜੀ ਦੀ ਦੱਸੀ ਹੋਈ ਪੂਜਾ ਪੂਰੇ ਵਿਧੀ ਵਿਧਾਨ ਨਾਲ ਨਹੀਂ ਕਰ ਲੈਂਦੇ, ਉਦੋਂ ਤੱਕ ਤੁਸੀਂ ਨਹੀਂ ਮਿਲ ਸਕਦੇ। ਮੈਂ ਸੱਸ ਦੀ ਗੱਲ ਸੁਣ ਕੇ ਚੁੱਪ ਹੋ ਗਈ। ਅੱਜ ਤਾਂ ਮੇਰਾ ਪੂਜਾ ਕਰਨ ਦਾ ਬਿਲਕੁਲ ਵੀ ਦਿਲ ਨਹੀਂ ਸੀ, ਕਿਉਂਕਿ 3 ਦਿਨ ਹੋ ਗਏ ਸੀ, ਪਰ ਅਜੇ ਤੱਕ ਨਾ ਤਾਂ ਮੈਂ ਆਪਣੇ ਪਤੀ ਨੂੰ ਦੇਖਿਆ ਸੀ ਤੇ ਨਾ ਕੋਈ ਗੱਲ ਕੀਤੀ ਸੀ। ਪਰ ਇੱਕ ਅਜੀਬ ਸਿਲਸਿਲਾ ਸ਼ੁਰੂ ਹੋ ਗਿਆ। ਮੈਂ ਦਿਨ ਵਿੱਚ 3 ਵਾਰ ਪੂਜਾ ਕਰਦੀ, ਪਰ ਰਾਤ ਦੀ ਪੂਜਾ ਤੋਂ ਬਾਅਦ ਮੇਰੀ ਸੱਸ ਕੁਝ ਨਾ ਕੁਝ ਖਾਣ ਲਈ ਲਿਆਉਂਦੀ ਤੇ ਕਹਿੰਦੀ ਇਹ ਖਾ ਲੈ। ਉਸ ਨੂੰ ਖਾਂਦੇ ਹੀ ਮੈਨੂੰ ਨੀਂਦ ਆ ਜਾਂਦੀ, ਪਰ ਮੈਨੂੰ ਇੰਜ ਲੱਗਦਾ ਰਹਿੰਦਾ ਕਿ ਰਾਤ ਨੂੰ ਮੇਰੇ ਕੋਲ ਕੋਈ ਆਉਂਦਾ ਹੈ। ਇੱਕ ਰਾਤ ਮੈਂ ਸੋਚ ਲਿਆ ਕਿ ਮੈਂ ਪਤਾ ਕਰਕੇ ਹੀ ਰਹਿਣਾ ਹੈ ਕਿ ਮੇਰੇ ਕੋਲ ਕੌਣ ਆਉਂਦਾ ਹੈ, ਕਿ ਜਾਂ ਇਹ ਮੇਰਾ ਵਹਿਮ ਹੈ। ਕੀ ਮੇਰੀ ਸੱਸ ਮੈਨੂੰ ਕੁਝ ਨੀਂਦ ਵਾਲਾ ਖਿਲਾਉਂਦੀ ਹੈ? ਰਾਤ ਹੁੰਦੇ ਹੀ ਮੇਰੀ ਸੱਸ ਮੇਰੇ ਕੋਲ ਆਈ ਤੇ ਮੈਨੂੰ ਕਹਿੰਦੀ ਇਹ ਜੂਸ ਪੀ ਲਾ। ਮੈਂ ਆਪਣੀ ਸੱਸ ਨੂੰ ਕਿਹਾ ਕਿ ਮੈਂ ਪੂਜਾ ਖਤਮ ਕਰਕੇ ਪੀ ਲਵਾਂਗੀ, ਅੱਜ ਮੇਰਾ ਜੂਸ ਪੀਣ ਨੂੰ ਮਨ ਨਹੀਂ ਹੈ। ਮੇਰੀ ਸੱਸ ਕਹਿੰਦੀ ਕਿ ਪਹਿਲਾਂ ਜੂਸ ਪੀ ਲਾ, ਪਰ ਮੈਂ ਸਾਫ਼ ਮਨਾ ਕਰ ਦਿੱਤਾ। ਉਸ ਨੂੰ ਪਤਾ ਲੱਗ ਗਿਆ ਕਿ ਮੈਂ ਹੁਣ ਹੋਰ ਉਸ ਦੇ ਬਹਿਕਾਵੇ ਵਿੱਚ ਨਹੀਂ ਆਵਾਂਗੀ। ਉਹ ਉੱਥੋਂ ਚਲੀ ਗਈ, ਪਰ ਥੋੜ੍ਹੇ ਟਾਈਮ ਬਾਅਦ ਉਹ ਫਿਰ ਆ ਗਈ।
ਉਸ ਨੂੰ ਦੇਖ ਕੇ ਸਾਫ਼ ਪਤਾ ਲੱਗ ਰਿਹਾ ਸੀ ਕਿ ਉਹ ਮੈਨੂੰ ਜਾਗਦੀ ਹੋਈ ਨੂੰ ਦੇਖ ਕੇ ਬਹੁਤ ਪਰੇਸ਼ਾਨ ਹੈ। ਉਹ ਵਾਰ-ਵਾਰ ਕਮਰੇ ਦੇ ਚੱਕਰ ਲਗਾ ਰਹੀ ਸੀ। ਫਿਰ ਮੇਰੇ ਲਈ ਇੱਕ ਚਾਦਰ ਲੈ ਕੇ ਆਈ ਤੇ ਕਹਿਣ ਲੱਗੀ ਕਿ ਪੂਜਾ ਕਰਦੇ ਸਮੇਂ ਇਹ ਆਪਣੇ ਉੱਪਰ ਲੈ ਲਵੀਂ। ਮੈਂ ਸੋਚਿਆ ਕਿ ਚਲੋ ਚਾਦਰ ਲੈਣ ਨਾਲ ਕੀ ਹੋਵੇਗਾ। ਮੈਂ ਚਾਦਰ ਲੈ ਲਈ, ਪਰ ਚਾਦਰ ਲੈਣ ਨਾਲ ਹੀ ਮੈਨੂੰ ਨੀਂਦ ਆ ਗਈ। ਫਿਰ ਮੈਂ ਨਾ ਚਾਹੁੰਦੇ ਹੋਏ ਵੀ ਸੌਂ ਗਈ। ਸਵੇਰੇ ਜਦੋਂ ਮੈਂ ਉੱਠੀ ਤਾਂ ਮੈਨੂੰ ਬਹੁਤ ਅਫਸੋਸ ਹੋਇਆ ਕਿ ਮੈਂ ਕੁਝ ਵੀ ਪਤਾ ਨਾ ਕਰ ਸਕੀ, ਪਰ ਹੁਣ ਮੈਂ ਪੱਕਾ ਇਰਾਦਾ ਕਰ ਲਿਆ ਸੀ ਕਿ ਸੱਚਾਈ ਤੋਂ ਪਰਦਾ ਹਟਾ ਕੇ ਰਹਾਂਗੀ। ਰਾਤ ਦਾ ਸਮਾਂ ਹੋ ਗਿਆ। ਅੱਜ ਮੈਂ ਪਹਿਲਾਂ ਹੀ ਸੌਣ ਦਾ ਨਾਟਕ ਕਰਨ ਲੱਗੀ। ਮੈਂ ਇਸ ਤਰ੍ਹਾਂ ਨਾਟਕ ਕੀਤਾ ਕਿ ਮੇਰੀ ਸੱਸ ਨੂੰ ਯਕੀਨ ਹੋ ਗਿਆ ਕਿ ਮੈਂ ਸੌਂ ਗਈ ਹਾਂ। ਮੇਰੇ ਸੌਣ ਤੋਂ 10 ਕੁ ਮਿੰਟ ਬਾਅਦ ਮੇਰੇ ਕਮਰੇ ਵਿੱਚ ਹਲਚਲ ਹੋਈ। ਮੇਰੇ ਕਮਰੇ ਦਾ ਦਰਵਾਜ਼ਾ ਖੁੱਲ੍ਹਿਆ। ਕਿਸੇ ਦੇ ਪੈਰਾਂ ਦੀ ਆਵਾਜ਼ ਸੁਣਾਈ ਦੇ ਰਹੀ ਸੀ, ਜਿਵੇਂ ਕੋਈ ਆਦਮੀ ਹੋਵੇ। ਫਿਰ ਕਿਸੇ ਨੇ ਮੈਨੂੰ ਛੂਹਿਆ। ਮੈਥੋਂ ਇਹ ਬਰਦਾਸ਼ਤ ਨਹੀਂ ਹੋਇਆ ਤੇ ਮੈਂ ਆਪਣੀਆਂ ਅੱਖਾਂ ਖੋਲ੍ਹ ਲਈਆਂ। ਸਾਹਮਣੇ ਖੜੇ ਇਨਸਾਨ ਨੂੰ ਦੇਖ ਕੇ ਤਾਂ ਮੇਰੇ ਸਿਰ 'ਤੇ ਜਿਵੇਂ ਅਸਮਾਨ ਡਿੱਗ ਪਿਆ ਹੋਵੇ। ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਮੇਰੇ ਨਾਲ ਇੰਨਾ ਵੱਡਾ ਧੋਖਾ ਹੋ ਸਕਦਾ ਹੈ। ਮੇਰੇ ਤਾਂ ਹੰਝੂ ਰੁਕਣ ਦਾ ਨਾਮ ਹੀ ਨਹੀਂ ਲੈ ਰਹੇ ਸਨ। ਮੈਂ ਵਿਆਹ ਬਾਰੇ ਕੀ ਸੋਚਿਆ ਸੀ ਤੇ ਕੀ ਹੋ ਗਿਆ। ਮੈਂ ਕਮਰੇ ਵਿੱਚੋਂ ਬਾਹਰ ਭੱਜੀ ਤੇ ਮੈਨੂੰ ਦੇਖ ਕੇ ਮੇਰੀ ਸੱਸ ਹੱਕੀ-ਬੱਕੀ ਰਹਿ ਗਈ। ਉਸਦੇ ਚਿਹਰੇ ਦਾ ਰੰਗ ਉੱਡ ਗਿਆ। ਮੈਂ ਆਪਣੀ ਸੱਸ ਨੂੰ ਕਿਹਾ ਕਿ ਤੁਸੀਂ ਮੇਰੇ ਨਾਲ ਇੰਨਾ ਵੱਡਾ ਧੋਖਾ ਕਿਉਂ ਕੀਤਾ। ਮੇਰੀ ਸੱਸ ਮੇਰੇ ਕੋਲ ਆਈ ਤੇ ਮੈਨੂੰ ਕਹਿਣ ਲੱਗੀ ਕਿ ਇਹੋ ਜਿਹੀਆਂ ਗੱਲਾਂ ਨਾ ਕਰ। ਮੈਂ ਆਪਣੀ ਔਲਾਦ ਦੀ ਖੁਸ਼ੀ ਲਈ ਥੋੜ੍ਹੀ ਜਿਹੀ ਹੇਰਾਫੇਰੀ ਕਰ ਲਈ। ਮੈਂ ਮਜਬੂਰ ਸੀ, ਮੈਨੂੰ ਮਾਫ਼ ਕਰ ਦੇ। ਪਰ ਮੈਂ ਆਪਣੀ ਸੱਸ ਦੀ ਇੱਕ ਨਾ ਸੁਣੀ। ਮੈਂ ਕਿਹਾ ਇੰਨੇ ਵੱਡੇ ਧੋਖੇ ਤੋਂ ਬਾਅਦ ਮੈਂ ਇਸ ਘਰ ਵਿੱਚ ਨਹੀਂ ਰਹਿਣਾ ਚਾਹੁੰਦੀ। ਮੈਂ ਆਪਣਾ ਸਮਾਨ ਪੈਕ ਕੀਤਾ ਤੇ ਆਪਣੇ ਘਰ ਆ ਗਈ। ਘਰ ਆ ਕੇ ਆਪਣੇ ਘਰਦਿਆਂ ਨੂੰ ਸਾਰੀ ਗੱਲ ਦੱਸੀ। ਮੇਰੀ ਮਾਂ ਕਹਿਣ ਲੱਗੀ ਕਿ ਸਾਨੂੰ ਮਾਫ਼ ਕਰ ਦੇ। ਸਾਨੂੰ ਪਹਿਲਾਂ ਹੀ ਸਭ ਕੁਝ ਪਤਾ ਸੀ, ਪਰ ਅਸੀਂ ਤੈਨੂੰ ਕੁਝ ਨਹੀਂ ਦੱਸਿਆ। ਮੈਂ ਹੈਰਾਨ ਹੋ ਗਈ। ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਮੇਰੇ ਮਾਤਾ-ਪਿਤਾ ਵੀ ਮੇਰੇ ਨਾਲ ਅਜਿਹਾ ਕਰ ਸਕਦੇ ਹਨ। ਮੇਰੀ ਮਾਂ ਕਹਿਣ ਲੱਗੀ ਕਿ ਬੇਟਾ ਅਸੀਂ ਮਜਬੂਰ ਸੀ। ਮੈਂ ਕਿਹਾ ਤੁਸੀਂ ਮਜਬੂਰ ਨਹੀਂ ਸੀ, ਲਾਲਚੀ ਬਣ ਗਏ ਸੀ। ਮੈਂ ਅਜਿਹਾ ਕਹਿਣਾ ਨਹੀਂ ਚਾਹੁੰਦੀ ਸੀ, ਪਰ ਆਪਣੇ ਨਾਲ ਹੋਏ ਧੋਖੇ ਦੇ ਸਾਹਮਣੇ ਮੈਨੂੰ ਘੱਟ ਲੱਗ ਰਿਹਾ ਸੀ। ਫਿਰ ਕੁਝ ਦੇਰ ਬਾਅਦ ਮੇਰੀ ਭੈਣ ਘਰ ਪਹੁੰਚੀ। ਉਸ ਦੀ ਹਾਲਤ ਤੋਂ ਲੱਗ ਰਿਹਾ ਸੀ ਕਿ ਉਹ ਆਪਣੇ ਪਤੀ ਨਾਲ ਲੜ ਕੇ ਆਈ ਹੈ। ਮੈਂ ਉਸ ਨੂੰ ਕਿਹਾ ਕਿ ਤੈਨੂੰ ਵੀ ਆਪਣੇ ਘਰ ਵਿੱਚ ਸਕੂਨ ਨਹੀਂ ਹੈ। ਤਾਂ ਉਹ ਕਹਿਣ ਲੱਗੀ ਕਿ ਤੇਰਾ ਵਿਆਹ ਇੰਨੇ ਅਮੀਰ ਘਰ ਵਿੱਚ ਹੋਇਆ। ਜਦੋਂ ਤੂੰ ਉੱਥੇ ਖੁਸ਼ ਨਹੀਂ ਤਾਂ ਮੈਂ ਕਿਵੇਂ ਹੋ ਸਕਦੀ ਹਾਂ। ਸਾਡੇ ਘਰ ਪੈਸਿਆਂ ਦੀ ਤੰਗੀ ਆਉਣ ਕਰਕੇ ਰੋਜ਼ ਲੜਾਈ ਝਗੜੇ ਹੁੰਦੇ ਹਨ। ਮੇਰਾ ਪਤੀ ਮੈਨੂੰ ਬਹੁਤ ਮਾਰਦਾ ਹੈ। ਅਸੀਂ ਦੋਨੋਂ ਭੈਣਾਂ ਮਾਂ-ਪਿਓ ਦੇ ਘਰ ਬੈਠ ਗਈਆਂ। ਮੈਨੂੰ ਲੱਗਦਾ ਏ ਕਿ ਮੈਂ ਆਪਣੇ ਮਾਂ-ਪਿਓ ਨਾਲ ਗਲਤ ਕਰ ਰਹੀ ਹਾਂ। ਰਾਤ ਨੂੰ ਜਦੋਂ ਮੈਂ ਸੌਣ ਲੱਗੀ ਤਾਂ ਮੈਨੂੰ ਉਹ ਸਭ ਫਿਰ ਯਾਦ ਆ ਗਿਆ। ਮੇਰੇ ਕਮਰੇ ਵਿੱਚ ਆਉਣ ਵਾਲਾ ਆਦਮੀ ਹੋਰ ਕੋਈ ਨਹੀਂ, ਸਗੋਂ ਮੇਰਾ ਪਤੀ ਸੀ। ਉਹ ਇੰਨਾ ਬਦਸੂਰਤ ਸੀ ਕਿ ਉਸ ਨੂੰ ਦੇਖਦੇ ਹੀ ਮੇਰੇ ਸਿਰ 'ਤੇ ਅਸਮਾਨ ਡਿੱਗ ਪਿਆ। ਇਹ ਸਭ ਸੋਚ ਕੇ ਮੇਰਾ ਦਿਲ ਘਬਰਾਉਣ ਲੱਗਾ। ਮੇਰੇ ਮਾਂ-ਬਾਪ ਨੇ ਜੋ ਕੀਤਾ ਉਹ ਮਜਬੂਰੀ ਵਿੱਚ ਕੀਤਾ, ਕਿਉਂਕਿ ਅਸੀਂ ਬਹੁਤ ਗਰੀਬ ਸੀ ਤੇ ਗਰੀਬ ਦੀ ਧੀ ਨਾਲ ਕੋਈ ਵਿਆਹ ਨਹੀਂ ਕਰਾਉਂਦਾ। ਜੇ ਮੇਰਾ ਪਤੀ ਬਦਸੂਰਤ ਹੈ ਤਾਂ ਕੀ ਹੋਇਆ, ਰੰਗ ਰੂਪ ਤਾਂ ਰੱਬ ਦੀ ਦੇਣ ਹੈ। ਹੁਣ ਮੈਨੂੰ ਆਪਣੀ ਸੱਸ ਦੀ ਮਜਬੂਰੀ ਵੀ ਸਮਝ ਆ ਰਹੀ ਸੀ। ਉਸਨੇ ਆਪਣੀ ਬੇਟੀ ਦੀ ਖੁਸ਼ੀ ਲਈ ਇਹ ਸਭ ਕੀਤਾ। ਸ਼ਾਇਦ ਇੰਨੇ ਬਦਸੂਰਤ ਆਦਮੀ ਨਾਲ ਕੋਈ ਵਿਆਹ ਨਾ ਕਰਾਉਂਦਾ, ਇਸ ਲਈ ਮੈਥੋਂ ਵੀ ਇਹ ਗੱਲ ਛੁਪਾਈ ਗਈ। ਆਪਣੇ ਮਾਂ-ਬਾਪ ਦੀ ਮਜਬੂਰੀ ਨੂੰ ਦੇਖਦੇ ਹੋਏ ਮੈਂ ਇਹ ਫੈਸਲਾ ਲਿਆ ਕਿ ਮੈਂ ਆਪਣੇ ਸਸੁਰਾਲ ਵਾਪਸ ਚਲੀ ਜਾਵਾਂਗੀ। ਮੈਂ ਆਪਣਾ ਸਮਾਨ ਪੈਕ ਕੀਤਾ ਤੇ ਆਪਣੇ ਸਸੁਰਾਲ ਆ ਗਈ, ਜਿੱਥੇ ਮੇਰਾ ਪਤੀ ਤੇ ਸੱਸ ਮੇਰਾ ਇੰਤਜ਼ਾਰ ਕਰ ਰਹੇ ਸਨ। ਉਹ ਦੋਨੋਂ ਮੇਰੇ ਤੋਂ ਮਾਫ਼ੀ ਮੰਗ ਰਹੇ ਸਨ ਕਿ ਅਸੀਂ ਤੇਰੇ ਨਾਲ ਬਹੁਤ ਗਲਤ ਕੀਤਾ, ਤੇਰੀਆਂ ਉਮੀਦਾਂ ਤੇ ਖੁਆਇਸ਼ਾਂ ਨੂੰ ਤੋੜਿਆ ਹੈ। ਪਰ ਯਕੀਨ ਕਰ, ਮੈਂ ਤੈਨੂੰ ਖੁਸ਼ ਰੱਖਣ ਲਈ ਹਰ ਮੁਮਕਿਨ ਕੋਸ਼ਿਸ਼ ਕਰਾਂਗਾ। ਤੂੰ ਜਿਵੇਂ ਕਹੇਂਗੀ ਮੈਂ ਉਵੇਂ ਹੀ ਕਰਾਂਗਾ। ਮੈਂ ਵੀ ਉਹਨਾਂ ਨੂੰ ਮਾਫ਼ ਕਰ ਦਿੱਤਾ। ਉਹ ਇੱਕ ਬਹੁਤ ਚੰਗੇ ਪਤੀ ਸੀ। ਮੇਰੀ ਸੱਸ ਵੀ ਮੇਰਾ ਬਹੁਤ ਪਿਆਰ ਕਰਦੀ ਸੀ। ਕੁਝ ਸਮੇਂ ਬਾਅਦ ਮੈਂ ਇੱਕ ਬੇਟੇ ਨੂੰ ਜਨਮ ਦਿੱਤਾ। ਮੇਰੀ ਜ਼ਿੰਦਗੀ ਵਿੱਚ ਸਭ ਕੁਝ ਠੀਕ ਚੱਲ ਰਿਹਾ ਸੀ। ਹੁਣ ਮੈਨੂੰ ਇੱਕ ਗੱਲ ਸਮਝ ਆ ਗਈ ਸੀ ਕਿ ਰੰਗ ਰੂਪ ਤਾਂ ਰੱਬ ਦੀ ਦੇਣ ਹੈ। ਇਨਸਾਨ ਸ਼ਕਲ ਦਾ ਨਹੀਂ, ਸਗੋਂ ਦਿਲ ਦਾ ਚੰਗਾ ਹੋਣਾ ਚਾਹੀਦਾ ਹੈ, ਜੋ ਕਿ ਮੇਰਾ ਪਤੀ ਸੀ। ਸੋ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਜੇ ਕਹਾਣੀ ਤੁਹਾਨੂੰ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ, ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਧੰਨਵਾਦ ਜੀ।